ਜੀ ਆਇਆਂ ਨੂੰ ਖੁਸ਼ਾਮਦੀਦ। ਕਿਸਾਨ ਵੀਰੋ, ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਲੈ ਹਾਜ਼ਰ ਹਾਂ। ਮੈਂ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਜਿਸ ਨੂੰ ਲਹੂ ਮੂਤਰਨ ਵਾਲੀਆਂ ਬਿਮਾਰੀਆਂ ਵੀ ਕਿਹਾ ਜਾਂਦਾ ਹੈ, ਯਾਨੀ ਕਿ PPH ਅਤੇ ਬਬੇਸ਼ੀਆ, ਉਸ ਨਾਲ ਜੁੜਿਆ ਹੈ। ਅਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਦੋ ਮਾਹਰ ਮੌਜੂਦ ਨੇ, ਡਾਕਟਰ ਲਖਵੀਰ ਸਿੰਘ ਅਤੇ ਡਾਕਟਰ ਸੁਮਿਤ ਸਿੰਘ। ਜੀ ਆਇਆਂ ਨੂੰ ਜੀ, ਤੁਹਾਡੇ ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਅੱਛਾ, ਪਹਿਲੇ ਤਾਂ ਡਾਕਟਰ ਸੁਮਿਤ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ ਕਿ PPH ਅਤੇ ਬਬੇਸ਼ੀਆ, ਜਿਵੇਂ ਕਿ ਲਹੂ ਮੂਤਰਨ ਵਾਲੀਆਂ ਬਿਮਾਰੀਆਂ, ਇਸ ਬਾਰੇ ਥੋੜੀ ਹੋਰ ਡਿਟੇਲ ਦੱਸੋ ਕਿ ਇਹ ਬਿਮਾਰੀਆਂ ਹੈ ਕੀ। ਦੇਖੋ ਨਿਖਿਲ ਜੀ, ਅੱਜ ਦਾ ਜਿਹੜਾ ਆਪਾਂ ਵਿਸ਼ੇ ਚੁਣਿਆ, ਇਹਦੇ ਵਿੱਚ ਕਈ ਵਾਰੀ ਆਪਣੇ ਕਿਸਾਨ ਭਰਾ ਥੋੜੀ ਗਲਤੀ ਕਰ ਜਾਂਦੇ ਆ ਇਹਨੂੰ ਪਛਾਣਨ 'ਚ, ਕਿਉਂਕਿ ਇਹਦੇ ਜਿਹੜੇ ਲੱਛਣ ਹੈ, ਕੁਝ ਲੱਛਣ ਜਿਹੜੇ ਇੱਕ ਦੂਜੇ ਨਾਲ ਮਿਲਦੇ ਆ। ਜਿਵੇਂ ਤੁਸੀਂ ਦੱਸਿਆ ਕਿ ਲਹੂ ਮੂਤਣਾ, ਦੋਹੇ ਬਿਮਾਰੀਆਂ ਦੇ ਵਿੱਚ ਜਿਹੜੀ ਹੈ ਪਸ਼ੂ ਲਹੂ ਮੂਤ ਜਾਂਦਾ, ਪਰ ਇਹਦਾ ਬੇਸਿਕ ਡਿਫਰੈਂਸ ਜਿਹੜਾ ਉਹ ਆਪਾਂ ਨੂੰ ਉਹਦੇ ਬਾਰੇ ਮੈਂ ਥੋੜਾ ਚਾਨਣਾ ਪਾਊਂਗਾ। ਸਭ ਤੋਂ ਪਹਿਲੇ ਅਗਰ PPH ਦੀ ਗੱਲ ਕਰੀਏ, ਜਿਹਨੂੰ ਆਪਾਂ ਪੋਸਟ ਪਾਰਚੂਰੈਂਟ ਹੀਮੋਗਲੋਬਿਨ ਯੂਰੀਆ ਕਹਿੰਦੇ ਆ, ਇਹਦੇ ਵਿੱਚ ਕੀ ਹੈ ਕਿ ਜਿਹੜੇ ਆਪਣੇ ਵੱਧ ਦੁੱਧ ਦੇਣ ਵਾਲੇ ਪਸ਼ੂ ਹੈ, ਦੁਧਾਰੂ ਪਸ਼ੂ ਹੈ, ਉਹ ਸੂਣ ਤੋਂ 2 ਤੇ 4-6 ਹਫ਼ਤਿਆਂ ਦੇ ਵਿੱਚ ਇਹ ਜਿਹੜੀ ਬਿਮਾਰੀ ਹੈ ਸਿਰਫ ਦੁਧਾਰੂ ਪਸ਼ੂ ਨੂੰ ਜਿਹੜੀ ਹੈ ਉਹ ਹੋਊਗੀ। ਵੈਸੇ ਇਹ ਬਿਮਾਰੀ ਨਹੀਂ, ਇੱਕ ਕੰਡੀਸ਼ਨ ਹੁੰਦੀ ਹੈ ਜਿਹੜੀ ਕਿ ਕੁਝ ਤੱਤਾਂ ਦੀ ਘਾਟ ਕਰਕੇ, ਜਿਹਦੇ ਵਿੱਚ ਫਾਸਫੋਰਸ ਤੇ ਕਾਪਰ, ਉਹਦੀ ਘਾਟ ਕਰਕੇ ਇਹ ਪ੍ਰੋਬਲਮ ਜਿਹੜੀ ਹੈ ਆਪਣੇ ਪਸ਼ੂਆਂ ਦੇ ਵਿੱਚ ਉਹ ਆਉਂਦੀ ਹੈ। ਜੇ ਇਹਦੇ ਵਿੱਚ ਗੱਲ ਕਰਾਂ ਫਾਸਫੋਰਸ, ਜਿਵੇਂ ਕਿ ਫਾਸਫੋਰਸ ਦਾ ਇੱਕ ਬਹੁਤ ਅਹਿਮ ਰੋਲ ਹੈ ਪਸ਼ੂ ਦੀ ਪੂਰੀ ਜੀਵਨ ਕਿਰਿਆ 'ਚ, ਦੁੱਧ ਦੇਣ ਚ, ਉਹਦੀ ਕਨਸੀਵ ਹੋਣ 'ਚ। ਇਸੇ ਤਰ੍ਹਾਂ ਪਸ਼ੂ ਦੇ ਅੰਦਰ ਜਿਹੜੇ, ਜਾਂ ਸਾਡੇ ਅੰਦਰ ਵੀ ਜਿਹੜੇ RBC ਹੈ ਜਾਂ ਖੂਨ ਬਣਾਉਣ ਵਾਲੇ ਸੈੱਲ ਹੈ, ਉਹਦੀ ਜਿਹੜੀ ਸੈੱਲ ਵਾਲ ਹੈ ਉਹ ਫਾਸਫੋਰਸ ਦੀ ਬਣੀ ਹੁੰਦੀ ਹੈ। ਜਦੋਂ ਪਸ਼ੂ ਦੇ ਸਰੀਰ ਦੇ ਵਿੱਚ ਜਾਂ ਖੂਨ ਦੇ ਵਿੱਚ ਫਾਸਫੋਰਸ ਦੀ ਕਮੀ ਹੁੰਦੀ ਹੈ, ਉਹ ਜਿਹੜੀ ਵਾਲ ਹੈ ਉਹ ਟੁੱਟ ਜਾਂਦੀ ਹੈ ਤਾਂ ਹੀਮੋਗਲੋਬਿਨ ਜਿਹੜਾ ਉਹ ਬਾਹਰ ਆ ਜਾਂਦਾ, ਤੇ ਕਿਡਨੀ ਤੋਂ ਫਿਲਟਰ ਹੋ ਕੇ ਸਾਡੇ ਪਸ਼ੂਆਂ ਦੇ ਪਿਸ਼ਾਬ ਜ਼ਰੀਏ ਉਹ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਜਿਹੜੀ ਕਿ ਫਾਸਫੋਰਸ ਦੀ ਘਾਟ ਕਰਕੇ ਜਾਂ ਕਈ ਵਾਰੀ ਕਾਪਰ ਦੀ ਘਾਟ ਕਰਕੇ ਵੀ ਇਹ ਦਿੱਕਤ ਜਿਹੜੀ ਹੈ ਆ ਸਕਦੀ ਹੈ। ਇਸ ਕਰਕੇ ਇਹ ਜਿਹੜੀ ਪ੍ਰੋਬਲਮ ਹੈ ਇਹ ਜ਼ਿਆਦਾ ਜੁੜੀ ਹੈ ਆਪਣੇ ਜਿਹੜੇ ਤੱਤ ਹੈ, ਮਿਨਰਲ ਹੈ, ਉਹਦੇ ਨਾਲ। ਦੂਜੇ ਪਾਸੇ ਅਗਰ ਬਬੇਸ਼ੀਆ ਦੀ ਗੱਲ ਕਰੀਏ ਤਾਂ ਇਹ ਇੱਕ ਇਨਫੈਕਸ਼ੀਅਸ ਡਿਜ਼ੀਜ਼ ਹੈ, ਜਿਹੜੀ ਇੱਕ ਜੀਵਾਣੂ ਪ੍ਰੋਟੋਜੋਆ ਕਰਕੇ ਹੁੰਦੀ, ਜਿਹੜੀ ਕਿ ਚਿਚੜਾਂ ਰਾਹੀਂ ਇੱਕ ਪਸ਼ੂ ਤੋਂ ਦੂਜੇ ਪਸ਼ੂ ਦੇ ਵਿੱਚ ਫੈਲਦੀ ਹੈ। ਆ ਜਿਹੜਾ ਜੀਵਾਣੂ ਹੁੰਦਾ ਸੇਮ ਜਿਹੜੇ ਆਪਣੇ ਪਸ਼ੂ ਦੇ RBC ਸੈੱਲ ਹੈ ਉਹਦੇ ਅੰਦਰ ਜਾ ਕੇ ਜਿਹੜਾ ਸੈੱਲ ਹੈ ਉਹਨੂੰ ਤੋੜ ਦਿੰਦੇ ਆ, ਤੇ ਉਹ ਸੇਮ ਪ੍ਰਕਿਰਿਆ ਜਿਹੜੀ ਹੈ ਕਿ ਪਿਸ਼ਾਬ ਦੇ ਵਿੱਚ ਬਲੱਡ ਆਉਣਾ ਸ਼ੁਰੂ ਹੋ ਜਾਂਦਾ। ਪਰ ਇਸ ਬਿਮਾਰੀ ਦੇ ਵਿੱਚ ਟੈਂਪਰੇਚਰ ਵੀ ਬਹੁਤ ਹਾਈ ਹੋਊਗਾ, ਤੇ ਇਹ ਬਿਮਾਰੀ ਜਿਹੜੀ ਅਕਸਰ ਆਪਾਂ ਨੂੰ ਗਰਮੀਆਂ ਦੇ ਮੌਸਮ 'ਚ ਦੇਖਣ ਨੂੰ ਮਿਲੇਗੀ, ਕਿਉਂਕਿ ਚਿੱਚੜ ਜਿਹੜੇ ਆਪਣੇ ਜ਼ਿਆਦਾਤਰ ਗਰਮੀਆਂ 'ਚ ਆਪਣੇ ਪਸ਼ੂ ਨੂੰ ਲੱਗਦੇ ਆ। ਬਿਲਕੁਲ, ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ। ਡਾਕਟਰ ਲਖਵੀਰ, ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜਿਵੇਂ ਲੱਛਣ ਦੀ ਡਾਕਟਰ ਸਾਹਿਬ ਗੱਲ ਕਰ ਰਹੇ ਨੇ, ਉਹ ਲੱਛਣ ਹੁਣ ਕਿਸਾਨ ਵੀਰਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਬਿਮਾਰੀ ਜਿਹੜੀ ਕਿਹੜੀ ਹੈ, ਉਹ ਕਿਹੜੇ ਲੱਛਣ ਹੋਣਗੇ ਜੋ PPH ਨੂੰ ਬਬੇਸ਼ੀਆ ਤੋਂ ਅੱਡ ਕਰਦੇ ਨੇ? ਬਿਲਕੁਲ ਲਿਖੋ ਜੀ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ PPH ਤੇ ਬਬੇਸ਼ੀਅਸ ਬਾਰੇ, ਮੇਨ ਇਹਨਾਂ ਦਾ ਜਿਹੜਾ ਲੱਛਣ ਆਪਾਂ ਗੱਲ ਕਰਦੇ, ਜਿਵੇਂ ਦਾ ਆਪਣਾ ਟੌਪਿਕ ਵੀ ਹੈ ਵੀ ਪਸ਼ੂ ਦੇ ਪਿਸ਼ਾਬ ਵਿੱਚ ਖੂਨ ਆਉਣ ਲੱਗ ਜਾਂਦਾ, ਇਹ ਇੱਕ ਬੇਸਿਕ ਦੋਨਾਂ ਬਿਮਾਰੀਆਂ ਦਾ ਲੱਛਣ ਹੈ। ਇੱਥੇ ਹੀ ਆਪਣੇ ਪਛਾਣਨ 'ਚ ਕਿਤੇ ਕਮੀ ਰਹਿ ਜਾਂਦੀ ਕਿਤੇ ਨਾ ਕਿਤੇ, ਜਿਸ ਕਰਕੇ ਅਸੀਂ ਦਿੱਕਤ 'ਚ ਫਸ ਜਾਂਦੇ ਹਾਂ, ਕਿਉਂਕਿ ਜਿਹੜੇ ਬਾਕੀ ਦੇ ਲੱਛਣ ਨੇ ਉਹ ਦੋਨਾਂ ਬਿਮਾਰੀਆਂ ਦੇ ਵੱਖੋ ਵੱਖਰੇ ਨੇ। ਜੇ ਆਪਾਂ ਗੱਲ ਕਰੀਏ ਵੀ ਜਦੋਂ ਆਪਾਂ ਪਿਸ਼ਾਬ ਦੇ ਵਿੱਚ ਖੂਨ ਦੇਖਦੇ ਹਾਂ, ਇਹਦਾ ਮਤਲਬ ਆ ਵੀ ਸਾਡੇ ਫਾਰਮ 'ਤੇ ਕੋਈ ਨਾ ਕੋਈ ਵੱਡੀ ਸਮੱਸਿਆ ਆਈ ਹੈ ਜਾਂ ਆਉਣ ਵਾਲੀ ਹੈ, ਕਿਉਂਕਿ ਇਹ ਬਿਮਾਰੀ ਜੇ ਆਪਾਂ ਬਬੇਸ਼ੀਆ ਦੀ ਗੱਲ ਕਰੀਏ ਤਾਂ ਹੋਰ ਪਸ਼ੂਆਂ 'ਚ ਵੀ ਹੋ ਸਕਦਾ। ਇਹਦੇ ਜਿਹੜੇ ਪਿਸ਼ਾਬ 'ਚ ਜਦ ਖੂਨ ਆਪਾਂ ਦੇਖ ਲਿਆ ਤਾਂ ਇੱਥੇ ਹੀ ਜ਼ਰੂਰਤ ਆ ਵੀ ਇਹਨੂੰ ਡਿਫਰੈਂਸ਼ੀਅਲ ਡਾਇਗਨੋਸ ਦੀ, ਵੀ ਸਾਡੇ ਪਸ਼ੂ ਦੇ ਵਿੱਚ ਦੋਵਾਂ 'ਚ ਬਿਮਾਰੀ ਹੈ ਕਿਹੜੀ ਹੈ। ਪਹਿਲਾਂ ਆਪਾਂ ਬਬੇਸ਼ੀਆ ਬਾਰੇ ਗੱਲ ਕਰਾਂਗੇ। ਖੂਨ ਦੋਨਾਂ ਬਿਮਾਰੀਆਂ 'ਚ ਹੀ ਆਉਂਦਾ ਪਿਸ਼ਾਬ 'ਚ, ਪਰ ਬਬੇਸ਼ੀਆ ਦੇ ਵਿੱਚ ਜਿਹੜਾ ਹੈਗਾ ਹਾਈ ਟੈਂਪਰੇਚਰ ਪਸ਼ੂ ਨੂੰ ਹੁੰਦਾ, ਪਸ਼ੂ ਨੂੰ 104 ਤੋਂ ਲੈ ਕੇ 106 ਡਿਗਰੀ ਤੱਕ ਟੈਂਪਰੇਚਰ ਹੋ ਸਕਦਾ। ਇਸ ਤੋਂ ਇਲਾਵਾ ਜਿਹੜਾ ਪਸ਼ੂ ਆ ਉਹਦੀਆਂ ਜਿਹੜੀਆਂ ਮਿਊਕਸ ਮੈਂਬਰੇਨ ਆ, ਜਿਹੜੀਆਂ ਅੱਖਾਂ, ਉਹ ਯੈਲੋ ਕਲਰ ਦੀਆਂ ਹੋ ਜਾਣਗੀਆਂ। ਇਸ ਤੋਂ ਇਲਾਵਾ ਜਿਹੜਾ ਪਸ਼ੂ ਆ ਉਹਦੇ ਵਿੱਚ ਬਬੇਸ਼ੀਏ ਦੇ ਵਿੱਚ ਹਿਸਟਰੀ ਲੈਣੀ ਬਹੁਤ ਜ਼ਰੂਰੀ ਆ। ਆਪਾਂ ਨੂੰ ਹਿਸਟਰੀ ਮਿਲੂਗੀ ਵੀ ਸਾਡੇ ਪਸ਼ੂ ਦੇ ਵਿੱਚ ਚਿੱਚੜ ਆ, ਜਾਂ ਪਹਿਲਾਂ ਕੁਛ 2 ਮਹੀਨੇ 3 ਮਹੀਨੇ ਪਹਿਲਾਂ ਸਾਡੇ ਫਾਰਮ 'ਤੇ ਜਾਂ ਸਾਡੇ ਇਸ ਪਸ਼ੂ ਨੂੰ ਚਿੱਚੜ ਲੱਗੇ ਹੋਏ ਸੀ, ਜਿਹੜਾ ਸਾਨੂੰ ਕਲੀਅਰ ਕੱਟ ਦੱਸ ਦਿੰਦਾ ਵੀ ਚਿੱਚੜ ਸੀਗੇ, ਹਾਈ ਟੈਂਪਰੇਚਰ ਆ ਅਤੇ ਬਿਮਾਰੀ ਬਬੇਸ਼ੀਏ ਦੀ ਹੈ। ਇਸ ਲਈ ਸਾਨੂੰ ਉਹਦੇ ਟਰੀਟਮੈਂਟ ਵਾਲੇ ਪਾਸੇ ਜਾਣਾ ਚਾਹੀਦਾ, ਕਿਉਂਕਿ ਦੋਨਾਂ ਬਿਮਾਰੀਆਂ ਦਾ ਟਰੀਟਮੈਂਟ ਅਲੱਗੋ ਅਲੱਗ ਆ।
ਜੇ ਕਈ ਵਾਰ ਸਾਡੇ ਫਾਰਮਾਂ ਤੇ ਜਾਂ ਛੋਟੇ ਕਿਸਾਨ ਵੀਰਾਂ ਤੇ ਦਿੱਕਤ ਕੀ ਆ ਜਾਂਦੀ ਹੈ ਵੀ ਉਹ ਸੇਮ ਟ੍ਰੀਟਮੈਂਟ ਸਮਝ ਕੇ ਟ੍ਰੀਟਮੈਂਟ ਕਰਦੇ ਆ, ਜਿਹਦੇ ਕਰਕੇ ਪਸ਼ੂਆਂ ਦਾ ਨੁਕਸਾਨ ਵੀ ਹੋ ਜਾਂਦਾ। ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰੀਏ PPH ਦੀ, ਪੋਸਟ ਪਾਰਚੂਰੈਂਟ ਹੀਮੋਗਲੋਬਿਨੂਰੀਆ, ਇਹਦੇ ਵਿੱਚ ਜਿਹੜੇ ਲੱਛਣ ਆ ਉਹ ਉਲਟ ਨੇ। ਜਿਸ ਤਰ੍ਹਾਂ ਮੈਂ ਉੱਥੇ ਗੱਲ ਕੀਤੀ ਹਾਈ ਟੈਂਪਰੇਚਰ ਆ, ਇਹਦੇ 'ਚ ਟੈਂਪਰੇਚਰ ਨਾਰਮਲ ਹੁੰਦਾ, ਔਰ ਕਈ ਵਾਰ ਮਾਮੂਲਨ ਦੇਖਣ ਨੂੰ ਆਇਆ ਵੀ ਟੈਂਪਰੇਚਰ ਘੱਟ ਹੁੰਦਾ, ਕਈ ਵਾਰ 98 ਡਿਗਰੀ ਦੇ ਆਸ-ਪਾਸ ਟੈਂਪਰੇਚਰ ਹੁੰਦਾ। ਇਹ ਪਹਿਲੀ ਇੰਡੀਕੇਸ਼ਨ ਹੈ। ਦੂਸਰਾ, ਜਿੱਦਾਂ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਸੂਣ ਤੋਂ 2 ਤੋਂ ਲੈ ਕੇ 6 ਹਫ਼ਤਿਆਂ ਦੇ ਵਿੱਚ ਇਹ ਬਿਮਾਰੀ ਜ਼ਿਆਦਾਤਰ ਹੋਊਗੀ। ਤੀਜੇ ਤੋਂ ਲੈ ਕੇ 7ਵੇਂ ਸੂਏ ਦੇ ਪਸ਼ੂਆਂ ਨੂੰ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੀ ਇਹ ਬਿਮਾਰੀ ਆ PPH, ਇਹ ਜ਼ਿਆਦਾਤਰ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਗਾਵਾਂ ਨੂੰ ਹੀ ਹੁੰਦੀ ਹੈ। ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਬਵੇਸ਼ੀਏ ਦੀ, ਉਹ ਪਸ਼ੂ ਦੇ ਕਿਸੇ ਵੀ ਉਮਰ ਦੇ ਪੜਾਅ 'ਤੇ ਹੋ ਸਕਦਾ। ਉਹ ਛੋਟੇ ਬੱਚੇ ਨੂੰ ਵੀ ਹੋ ਸਕਦਾ, ਉਹ ਪ੍ਰੈਗਨੈਂਟ ਹੀਫਰ ਨੂੰ ਵੀ ਹੋ ਸਕਦਾ, ਡਰਾਈ ਐਨੀਮਲ ਨੂੰ ਵੀ ਹੋ ਸਕਦਾ, ਟ੍ਰਾਂਜ਼ਿਟ ਪੀਰੀਅਡ ਵਾਲੇ ਐਨੀਮਲ ਨੂੰ ਵੀ ਹੋ ਸਕਦਾ, ਮੇਲ ਫੀਮੇਲ ਈਵਨ ਐਨੀਮਲ ਨੂੰ ਵੀ ਹੋ ਸਕਦਾ। ਜੇ ਅਸੀਂ ਬੁੱਲ ਵਗੈਰਾ ਰੱਖਿਆ ਤਾਂ ਉਹਨੂੰ ਵੀ ਹੋ ਸਕਦਾ। ਪਰ PPH ਹਮੇਸ਼ਾ ਫੀਮੇਲ ਨੂੰ ਹੀ ਹੋਊਗਾ, ਔਰ ਜਿਹੜੀ ਹਾਈ ਜ਼ਿਆਦਾ ਦੁੱਧ ਦਿੰਦੀ ਹੈ, ਜਿਹਦੇ 'ਚ ਫਾਸਫੋਰਸ ਦੀ ਜਾਂ ਕਾਪਰ ਦੀ ਕਮੀ ਦੁੱਧ ਦੇ ਥਰੂ ਨਿਕਲ ਕੇ ਆਉਂਦੀ ਹੈ, ਆਪਾਂ ਉਹਨੂੰ ਰੈਗੂਲੇਟ ਨਹੀਂ ਕਰ ਪਾਉਂਦੇ। ਇਸੇ ਕਰਕੇ ਇਹਨਾਂ ਦੋਨਾਂ ਬਿਮਾਰੀਆਂ ਦਾ ਇਲਾਜ ਵੀ ਵੱਖੋ ਵੱਖਰਾ। ਜਿਵੇਂ ਇਲਾਜ ਦੀ ਗੱਲ ਕਰਾਂ ਤਾਂ ਬਵੇਸ਼ੀਓਸਿਸ ਦੀ ਡਰੱਗ ਆਫ ਚੁਆਇਸ ਆ, ਜਿਹੜੀ ਯੂਨੀਵਰਸਲ ਯੂਜ਼ ਹੁੰਦੀ ਆ, ਉਹਨੂੰ ਆਪਾਂ ਕਹਿੰਦੇ ਆ ਡਿਮਨਾਜਨ ਐਸੀਟਰੇਟ। ਉਹ ਅਲੱਗ-ਅਲੱਗ ਕੰਪਨੀਆਂ ਦੀ ਆਉਂਦੀ ਹੈ। ਉਹ ਬੋਡੀ ਵੇਟ ਦੇ ਹਿਸਾਬ ਨਾਲ ਸਹੀ ਲੱਗ ਜੇ ਤਾਂ ਆਪਣਾ ਪਸ਼ੂ ਕਵਰ ਕਰ ਜਾਂਦਾ। ਇਸ ਤੋਂ ਇਲਾਵਾ ਸਪੋਰਟ ਦੇ ਵਿੱਚ ਆਪਾਂ ਨੂੰ ਹੋਰ ਵੀ ਕੁਝ ਦੇਣਾ ਪੈ ਸਕਦਾ, ਉਹਨੂੰ ਫਾਸਫੋਰਸ ਜਾਂ ਕਾਪਰ ਟੈਂਪਰੇਚਰ ਲਾਉਣ ਲਈ ਆਪਾਂ ਨੂੰ ਕੋਈ ਐਂਟੀਪਾਇਰੈਟਿਕ ਵੀ ਦੇਣਾ ਪੈ ਸਕਦਾ। ਪਰ ਜੇ PPH ਦੀ ਗੱਲ ਕਰੀਏ, ਇਹਦੇ ਵਿੱਚ ਫਾਸਫੋਰਸ ਦੀ ਕਮੀ ਆਈ ਹੁੰਦੀ ਹੈ, ਤਾਂ ਇਹਦੇ ਵਿੱਚ ਸਾਨੂੰ ਉਹਨੂੰ ਹਾਈ ਡੋਜ਼ ਦੇ ਉੱਤੇ ਫਾਸਫੋਰਸ ਦੇਣਾ ਪਊਗਾ। ਫਾਸਫੋਰਸ ਦੇ ਬਹੁਤ ਸਾਰੇ ਇੰਜੈਕਟੇਬਲ ਆਉਂਦੇ ਆ, ਓਰਲੀ ਦੇਣ ਵਾਲਾ ਆਉਂਦਾ, ਜਾਂ ਆਪਾਂ ਨੂੰ ਉਹਦਾ ਫਾਸਫੋਰਸ ਦਾ ਲੈਵਲ ਮੇਨਟੇਨ ਕਰਨ ਲਈ ਫਾਸਫੋਰਸ ਦੀ ਸਪਲੀਮੈਂਟ ਕਰਨੀ ਪਊਗੀ। ਤੇ ਇਹ ਪੁਆਇੰਟ ਬਹੁਤ ਕ੍ਰੂਸ਼ੀਅਲ ਪੁਆਇੰਟ ਹੁੰਦਾ, ਜਿੱਥੇ ਸਾਨੂੰ ਇਹ ਡਾਇਗਨੋਜ਼ ਕਰ ਲੈਣਾ ਚਾਹੀਦਾ ਵੀ ਦੋਨੋਂ 'ਚ ਬਿਮਾਰੀ ਹੈ ਕਿਹੜੀ ਹੈ। ਕਿਉਂਕਿ ਹਾਈ ਟੈਂਪਰੇਚਰ ਦੇ ਵਿੱਚ ਕੁਛ ਮੰਨ ਲਓ ਫਾਸਫੋਰਸ ਜਾਂ ਕੋਈ ਹੋਰ ਵਿਟਾਮਿਨ ਸਪਲੀਮੈਂਟ ਅਸੀਂ ਲਾ ਦਈਏ ਤਾਂ ਕਈ ਵਾਰ ਇਹਦੇ ਕਰਕੇ ਪਸ਼ੂ ਨੂੰ ਸ਼ੌਕ ਲੱਗਣ ਨਾਲ ਡੈਥ ਵੀ ਹੋ ਸਕਦੀ ਹੈ। ਤੇ ਡਿਫਰੈਂਸ਼ੀਅਲ ਡਾਇਗਨੋਜ਼ ਬਹੁਤ ਜ਼ਰੂਰੀ ਹੈ। ਇਹ ਦੋਨੇ ਬਿਮਾਰੀਆਂ ਦਿੱਕਤ ਕਰਦੀਆਂ। ਨਾਰਮਲੀ ਆਪਾਂ ਕਹਿੰਦੇ ਹਾਂ ਜੀ, ਕਿਸਾਨ ਦੀ ਗਊ ਮੂਤੇ ਲਹੂ ਤੇ ਪੰਗਾ ਪਊ, ਕਿਉਂਕਿ ਜਦੋਂ ਵੀ ਪਸ਼ੂ ਦੇ ਪਿਸ਼ਾਬ ਦੇ ਵਿੱਚ ਖੂਨ ਆ ਗਿਆ ਤਾਂ ਇਹ ਕੋਈ ਨਾ ਕੋਈ ਵੱਡੀ ਸਮੱਸਿਆ ਦੀ ਇੰਡੀਕੇਸ਼ਨ ਹੈ। ਇਸ ਲਈ ਸਾਨੂੰ ਸਮੇਂ ਸਿਰ ਇਹਦੇ ਤੇ ਧਿਆਨ ਦੇਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਤੇ ਇਹ ਕਿਤੇ ਡਾਕਟਰ ਸਾਹਿਬ ਕੰਟੇਜੀਅਸ ਵੀ ਹੁੰਦੀ ਹੈ, ਮਤਲਬ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਵੀ ਹੋ ਸਕਦੀ? ਬਿਲਕੁਲ। ਜੇ ਸਾਡੇ ਕੋਈ ਇੱਦਾਂ ਦਾ ਟਿਕ ਬੋਰਨ ਡਿਜ਼ੀਜ਼ ਆ, ਮਤਲਬ ਇਹਦਾ ਕੀ ਆ ਵੀ ਜੇ ਇਹੋ ਜਿਹੇ ਚਿੱਚੜ ਸਾਡੇ ਫਾਰਮ ਤੇ ਹੈ ਜਾਂ ਕੋਈ ਅਸੀਂ ਨੀਡਲ ਜਾਂ ਕੋਈ ਹੋਰ ਚੀਜ਼ ਯੂਜ਼ ਕਰ ਰਹੇ ਹਾਂ, ਤੇ ਇਹਦੇ ਚਾਂਸਸ ਹੁੰਦੇ ਆ ਵੀ ਸਾਡੇ ਹੋਰ ਪਸ਼ੂਆਂ ਨੂੰ ਵੀ ਹੋ ਸਕਦੀ ਹੈ। ਇਸ ਲਈ ਜੇ ਤੁਹਾਡੇ ਫਾਰਮ ਦੇ ਉੱਤੇ ਬਵੇਸ਼ੀਅਤ ਦੇ ਲੱਛਣ ਦਿਸਦੇ ਆ ਤਾਂ ਸਾਨੂੰ ਚਾਹੀਦਾ ਕੀ ਆ ਵੀ ਸਮੇਂ ਰਹਿੰਦੇ ਹੋਏ ਪਸ਼ੂਆਂ ਦੇ ਬਲੱਡ ਟੈਸਟ ਕਰਾਉਣੇ ਚਾਹੀਦੇ ਆ। ਜੇ ਤੁਹਾਡੇ ਕੋਲੇ ਛੋਟਾ ਜਾਂ ਵੱਡਾ ਫਾਰਮ ਆ, ਸਾਡੇ ਜਿਹੜੇ ਸਰਕਾਰੀ ਹਸਪੀਟਲ ਨੇ, ਸਾਡੀ ਯੂਨੀਵਰਸਿਟੀ ਹੈ ਜਾਂ ਖਾਲਸਾ ਕਾਲਜ ਦਾ ਵੈਟਰਨਰੀ ਜਿਹੜਾ ਹਸਪੀਟਲ ਆ, ਉੱਥੇ ਟੈਸਟ ਬਹੁਤ ਹੀ ਥੋੜ੍ਹੇ ਪੈਸਿਆਂ ਵਿੱਚ ਕੀਤੇ ਜਾਂਦੇ ਆ। ਹੀਮੋਪ੍ਰੋਟੋਜ਼ੋਅਲ ਟੈਸਟ ਇਹਨੂੰ ਕਹਿੰਦੇ ਆਪਾਂ। ਉਹਦੇ ਵਿੱਚ ਹੋਰ ਬਿਮਾਰੀਆਂ ਵੀ ਨੇ ਜਿਹੜੀਆਂ ਚਿੱਚੜਾਂ ਤੋਂ ਪੈਦਾ ਹੁੰਦੀਆਂ, ਉਹਨਾਂ ਦੇ ਟੈਸਟ ਵੀ ਨਾਲ ਹੋ ਜਾਂਦੇ ਆ। ਤੇ ਸਮੇਂ ਰਹਿੰਦੇ ਅਸੀਂ ਆਪਣੇ ਪਸ਼ੂਆਂ ਨੂੰ ਸੇਵ ਕਰ ਸਕਦੇ ਹਾਂ ਵੀ ਚਿੱਚੜ ਵਾਲੀਆਂ ਬਿਮਾਰੀਆਂ ਤਾਂ ਨਹੀਂ ਹੋ ਰਹੀਆਂ। ਬਿਲਕੁਲ, ਜਦੋਂ ਬਿਮਾਰੀ ਦਾ ਪਤਾ ਲੱਗੇਗਾ ਉਸ ਦਾ ਪੁਖਤਾ ਇਲਾਜ ਜਿਹੜਾ ਉਹ ਕਰਾਇਆ ਜਾ ਸਕੇਗਾ। ਇਸ ਬਾਰੇ ਚਰਚਾ ਜਾਰੀ ਰਹੇਗੀ ਤੇ ਕਿਸਾਨ ਵੀਰਾਂ ਦੇ ਸਵਾਲ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਕਾਲ ਦੇ ਜ਼ਰੀਏ, ਸਾਡੇ ਨਾਲ ਜੁੜਨਗੇ। ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਤੇ ਅੱਜ ਦਾ ਸਾਡਾ ਵਿਸ਼ਾ ਹੈ ਲਹੂ ਮੂਤਣ ਵਾਲੀ ਬਿਮਾਰੀਆਂ, ਬਵੇਸ਼ੀਆ ਅਤੇ PPH। ਤੇ ਇਸ ਬਾਰੇ ਗੱਲ ਕਰ ਰਹੇ ਨੇ ਸਾਡੇ ਨਾਲ ਡਾਕਟਰ ਲਖਵੀਰ ਸਿੰਘ ਅਤੇ ਡਾਕਟਰ ਸੁਮਿਤ ਸਿੰਘ। ਤੇ ਡਾਕਟਰ ਸਾਹਿਬ, ਹੁਣ ਅਸੀਂ ਕਿਸਾਨ ਵੀਰਾਂ ਨਾਲ ਜੁੜਾਂਗੇ, ਉਹਨਾਂ ਦੇ ਸਵਾਲ ਤੁਹਾਡੇ ਤੱਕ ਕਾਲ ਦੇ ਜ਼ਰੀਏ ਪਹੁੰਚਾਵਾਂਗੇ। ਤੇ ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸੋ ਜੀ। ਹਾਂਜੀ ਡਾਕਟਰ ਸਾਹਿਬ, ਮੈਂ ਅਬਦੁਲ ਰਹਿਮਾਨ ਗੜਸ਼ੰਕਰ ਤੋਂ ਬੋਲਦਾ ਜੀ, ਡਿਸਟ੍ਰਿਕਟ ਹੁਸ਼ਿਆਰਪੁਰ ਤੋਂ। ਹਾਂਜੀ ਅਬਦੁਲ ਜੀ, ਆਪਣੇ ਸਵਾਲ ਪੁੱਛੋ। ਡਾਕਟਰ ਸਾਹਿਬ, ਮੇਰੇ ਫਾਰਮ ਤੇ ਬਵੇਸ਼ੀਆ ਨਾਮ ਦੀ ਬਿਮਾਰੀ ਨੇ ਬਹੁਤ ਜ਼ਿਆਦਾ ਕੋਹਰਾਮ ਮਚਾਇਆ ਹੋਇਆ ਤੇ ਚਿੱਚੜ ਬਹੁਤ ਜ਼ਿਆਦਾ ਲੱਗੇ ਹੋਏ ਨੇ। ਇਹਦੇ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਜੀ ਅਸੀਂ? ਜਿਵੇਂ ਤੁਸੀਂ ਨਾਮ ਲਿਆ ਹੀ ਹੈ ਚਿੱਚੜਾਂ ਦਾ, ਕਿ ਇਹਦੀ ਜਿਹੜੀ ਜੜ ਹੈ ਉਹ ਚਿੱਚੜ ਹੀ ਹੈ। ਸਾਨੂੰ ਚਿੱਚੜ ਹੀ ਕੰਟਰੋਲ ਕਰਨੇ ਪੈਣੇ ਆ। ਹੁਣ ਜੇ ਗੱਲ ਕਰੀਏ ਚਿੱਚੜਾਂ ਦਾ ਲਾਈਫ ਸਾਈਕਲ, ਸਾਨੂੰ ਸਮਝਣਾ ਪੈਣਾ ਕਿ ਅਸੀਂ ਕਿਵੇਂ ਚਿੱਚੜ ਨੂੰ ਆਪਣੇ ਫਾਰਮ ਤੋਂ ਬਾਹਰ ਕੱਢ ਸਕੀਏ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਸਰਦੀਆਂ ਦੇ ਵਿੱਚ ਚਿੱਚੜ ਆਪਣੇ ਆਪ ਗਾਇਬ ਹੋ ਜਾਂਦੇ ਆ ਤੇ ਗਰਮੀਆਂ 'ਚ ਆ ਜਾਂਦੇ ਆ। ਇੱਕ ਹੁੰਦਾ ਕਿਵੇਂ ਆ? ਇੱਕ ਜੇ ਚਿੱਚੜ ਦੀ ਗੱਲ ਕਰੀਏ, ਜੇ ਉਹ ਵਿਦਆਊਟ ਕੁਛ ਖਾਏ ਪੀਏ 550 ਦਿਨ ਤੱਕ ਜਿੰਦਾ ਰਹਿ ਸਕਦਾ। ਕਿ ਅਗਰ ਜਦੋਂ ਗਰਮੀਆਂ ਦੇ ਮੌਸਮ 'ਚੋਂ ਬਾਹਰ ਆ ਜਾਂਦਾ, ਜਿਵੇਂ ਸਰਦੀਆਂ ਆਉਂਦੀਆਂ, ਉਹ ਕੀ ਹੁੰਦਾ, ਕਿਤੇ ਆਪਣੇ ਜਿਹੜੇ ਫਾਰਮ 'ਤੇ ਕਿਤੇ ਬਿੱਥਾ ਹੁੰਦੀ ਹੈ, ਕਿਤੇ ਇੱਟ ਟੁੱਟੀ ਹੁੰਦੀ ਹੈ, ਕਿਤੇ ਸੀਮੈਂਟ ਟੁੱਟਿਆ ਹੁੰਦਾ ਜਾਂ ਕੋਈ ਵੇਸਟ ਮਟੀਰੀਅਲ ਪਿਆ, ਉਹਦੇ ਥੱਲੇ ਛੁਪੇ ਰਹਿੰਦੇ ਆ।
ਜਿਵੇਂ ਹੀ ਉਹਦਾ ਫੇਵਰੇਬਲ ਮੌਸਮ ਗਰਮੀਆਂ ਜਾਂ ਬਰਸਾਤ ਵਾਲਾ ਮੌਸਮ ਆਉਂਦਾ, ਬਾਹਰ ਆ ਕੇ ਉਹ ਫਿਰ ਫੈਲਣਾ ਸ਼ੁਰੂ ਹੋ ਜਾਂਦੇ ਆ। ਇਸੇ ਤਰ੍ਹਾਂ ਆਪਣੇ ਕਿਸਾਨ ਭਰਾ ਵੀ ਕੀ ਕਰਦੇ ਕਿ ਜਦੋਂ ਉਹਨੂੰ ਲੱਗਦਾ ਕਿ ਸਾਡੇ ਪਸ਼ੂਆਂ ਨੂੰ ਚਿੱਚੜ ਆ ਗਏ ਤਾਂ ਪਸ਼ੂ ਦੀ ਸਫਾਈ ਕਰ ਦਿੰਦੇ। ਬਹੁਤ ਸਾਰੀ ਦਵਾਈਆਂ ਜਿਹੜੀ ਅਵੇਲੇਬਲ ਹੈ ਪਸ਼ੂਆਂ ਨੂੰ ਚਿੱਚੜ ਤੋਂ ਮੁਕਤ ਕਰਨ ਲਈ, ਉਹ ਪਸ਼ੂ ਨੂੰ ਤਾਂ ਸਾਫ਼ ਕਰ ਦਿੰਦੇ ਪਰ ਆਪਣੇ ਫਾਰਮ ਦੀ ਸਫਾਈ ਨਹੀਂ ਕਰਦੇ। ਜਿਹਦੇ ਕਰਕੇ ਹੁੰਦਾ ਕਿ ਮਹੀਨੇ ਬਾਅਦ ਫਿਰ ਉਹੀ ਚਿੱਚੜ ਜਿਹੜੇ ਆ ਬਣ ਕੇ, ਜਾਂ ਉਹਨਾਂ ਦੇ ਆਂਡੇ ਜਿਹੜੇ ਦਿੱਤੇ ਸੀ ਉਹ ਚਿੱਚੜ ਬਣ ਕੇ ਪਸ਼ੂ ਦੇ ਫਿਰ ਲੱਗ ਜਾਂਦੇ ਆ। ਇਸ ਕਰਕੇ ਕਿਸਾਨ ਭਰਾਵਾਂ ਨੂੰ ਇਹ ਖਾਸ ਧਿਆਨ ਰੱਖਣਾ ਚਾਹੀਦਾ ਕਿ ਆਪਦੇ ਪਸ਼ੂ ਦੀ ਸਫਾਈ ਦੇ ਨਾਲ ਨਾਲ ਆਪਦੇ ਸ਼ੈੱਡ ਦੀ ਸਫਾਈ ਵੀ ਕਰਨੀ ਬਹੁਤ ਜ਼ਰੂਰੀ ਹੈ। ਜਿਹੜੀ ਚਿੱਚੜ ਵਾਲੀ ਦਵਾ ਤੁਸੀਂ ਪਸ਼ੂ ਲਈ ਵਰਤ ਰਹੇ ਹੋ, ਉਹਦੀ ਸਪਰੇਅ ਜਿਹੜੀ ਹੈ ਪੂਰੇ ਫਾਰਮ ਦੇ ਵਿੱਚ ਹੋਣੀ ਜ਼ਰੂਰੀ ਹੈ। ਇੱਕ ਹੋਰ ਜ਼ਰੂਰੀ ਚੀਜ਼ ਜਿਹੜੀ ਗਲਤੀ ਕਿਸਾਨ ਭਰਾ ਕਈ ਵਾਰੀ ਕਰਦੇ ਕਿ ਜਿਹੜੀ ਆਪਣੀ ਐਗਰੀਕਲਚਰ ਵਾਲੇ ਪ੍ਰੋਡਕਟ ਹੈ, ਇਨਸੈਕਟੀਸਾਈਡ ਜਾਂ ਜਿਹੜੇ ਵੀ ਆਉਂਦੇ ਸਪਰੇਹਾਂ, ਉਹ ਯੂਜ਼ ਕਰਦੇ। ਕਦੇ ਵੀ ਉਹਦਾ ਇਸਤੇਮਾਲ ਨਾ ਕਰੋ, ਉਹ ਜ਼ਹਿਰੀਲੀ ਹੋ ਸਕਦੀ ਹੈ, ਆਪਣੇ ਪਸ਼ੂਆਂ ਲਈ ਉਹ ਹਾਨੀਕਾਰਕ ਹੋ ਸਕਦੀ ਹੈ। ਪਸ਼ੂ ਅਗਰ ਜ਼ਿਆਦਾ ਡੋਜ਼ 'ਚ ਉਹਦਾ ਇਨਟੇਕ ਜਾਂ ਕੁਝ ਵੀ ਹੋ ਗਿਆ ਤਾਂ ਪਸ਼ੂ ਮਰ ਵੀ ਸਕਦਾ। ਤੇ ਇਸ ਕਰਕੇ ਆ ਜਿਹੜਾ ਟਿੱਕ ਦਾ ਪੂਰਾ ਚਿੱਚੜਾਂ ਦਾ ਜਿਹੜਾ ਸਾਈਕਲ ਹੈ ਉਹਨੂੰ ਸਾਨੂੰ ਕੰਟਰੋਲ ਤੇ ਸਮਝਣਾ ਪਊਗਾ, ਪੂਰਾ ਉਹਨੂੰ ਆਪਣੇ ਫਾਰਮ ਨੂੰ ਚਿੱਚੜਾਂ ਤੋਂ ਮੁਕਤ ਕਰਨਾ ਪਊਗਾ। ਮਤਲਬ ਬਹੁਤ ਹੀ ਵਿਸਤਾਰਪੂਰਵਕ ਡਾਕਟਰ ਸਾਹਿਬ ਨੇ ਹੁਣ ਦੱਸਤਾ ਹੈ। ਤੇ ਅਬਦੁਲ ਜੀ, ਹੁਣ ਤੁਸੀਂ ਨਾ ਸਿਰਫ ਆਪਣੇ ਪਸ਼ੂ ਨੂੰ ਦਾ ਬਚਾਅ ਜਿਹੜਾ ਚਿੱਚੜਾਂ ਤੋਂ ਕਰੋ, ਬਲਕਿ ਆਪਣਾ ਜਿਹੜਾ ਫਾਰਮ ਹੈ ਉਹ ਆਲਾ ਦੁਆਲਾ ਵੀ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਤੇ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੱਲਵਾਲ ਤੋਂ ਬੋਲਦੇ ਪਏ ਜੀ, ਰਘਵੀਰ ਸਿੰਘ। ਲਖਵੀਰ ਜੀ, ਆਪਣਾ ਸਵਾਲ ਪੁੱਛੋ। ਡਾਕਟਰ ਸਾਹਿਬ ਇਹ ਪੁੱਛਣਾ ਸੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਚਿੱਚੜਾਂ ਤੋਂ ਕਿਹੜੀਆਂ ਬਿਮਾਰੀਆਂ ਲੱਗਦੀਆਂ ਚਿੱਚੜਾਂ ਤੋਂ ਜੀ? ਇਹਨਾਂ ਦਾ ਬੜਾ ਵਧੀਆ ਸਵਾਲ ਆ, ਕਿਉਂਕਿ ਚਿੱਚੜ ਕੱਲੀ ਬਵੇਸ਼ੀਓਸਿਸ ਨਹੀਂ ਕਰਦੇ, ਇਹ ਹੋਰ ਬਿਮਾਰੀਆਂ ਵੀ ਕਰਦੇ ਆ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਤਾਂ ਬਿਮਾਰੀਆਂ ਦੱਸਣ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹੂੰਗਾ ਵੀ ਇਹਦਾ ਲਾਈਫ ਸਾਈਕਲ ਸਾਨੂੰ ਤੋੜਨਾ ਬਹੁਤ ਜ਼ਰੂਰੀ ਹੈ। ਦੇਖੋ, ਜੇ ਆਪਾਂ ਸਾਫ਼ ਜਿਹੇ ਸ਼ਬਦਾਂ 'ਚ ਗੱਲ ਕਰੀਏ ਵੀ ਚਿੱਚੜਾਂ ਦਾ ਕੋਈ ਮੀਂਹ ਤਾਂ ਪਿਆ ਨਹੀਂ ਜਾਂ ਚਿੱਚੜ ਕਿਸੇ ਪਾਸਿਓਂ ਆਏ ਤਾਂ ਹੈ ਨਹੀਂ, ਇਹ ਸਾਡੇ ਘਰ 'ਚ ਹੀ ਹੁੰਦੇ ਆ। ਜਿਵੇਂ ਇਹਨਾਂ ਨੂੰ ਆਪਦਾ ਸਹੀ ਮੌਸਮ ਮਿਲਦਾ, ਇਹ ਦੁਬਾਰਾ ਤੋਂ ਪਸ਼ੂਆਂ 'ਤੇ ਅਟੈਕ ਕਰਦੇ ਆ। ਅਲੱਗ-ਅਲੱਗ ਪਸ਼ੂਆਂ ਦੇ ਅਲੱਗ-ਅਲੱਗ ਚਿੱਚੜ ਆ, ਜਿੱਦਾਂ ਆਪਾਂ ਉਹਨਾਂ ਨੂੰ ਬਿਮਾਰੀਆਂ ਕਰਦੇ ਆ। ਇਹ ਬਿਮਾਰੀਆਂ ਜਿਹੜੀਆਂ ਕਰਦੇ, ਇਸ ਤੋਂ ਇਲਾਵਾ ਹੋਰ ਨੁਕਸਾਨ ਕੀ ਕਰਦੇ ਆ? ਜੇ ਆਪਾਂ ਇੱਕ ਵੱਡੇ ਅਡਲਟ ਚਿੱਚੜ ਦੀ ਗੱਲ ਕਰੀਏ, ਉਹ ਇੱਕ ਪਸ਼ੂ ਦਾ ਪਰ ਡੇ 0.5 ml ਤੋਂ ਲੈ ਕੇ 2 ml ਤੱਕ ਖੂਨ ਪੀ ਜਾਂਦਾ ਡੇਲੀ, ਇੱਕ ਪਸ਼ੂ ਦਾ ਇੱਕ ਚਿੱਚੜ। ਇਸ ਤੋਂ ਇਲਾਵਾ 9 ml ਤੋਂ ਲੈ ਕੇ 10 ml ਤੱਕ ਦਾ ਦੁੱਧ ਦਾ ਲਾਸ ਕਰਦਾ। ਤੇ ਅਸੀਂ ਕਈ ਵਾਰ ਪਿੰਡਾਂ 'ਚ ਦੇਖਦੇ ਵੀ ਇੱਕ ਗਾਂ ਨੂੰ ਹੀ 100 50 ਚਿੱਚੜ ਚਿੰਬੜੇ ਹੁੰਦੇ ਆ। ਤੁਸੀਂ ਉਹ ਦੇਖੋ ਵੀ ਉਹ ਵਿਚਾਰੀ ਗਾਂ ਦੀ ਹਾਲਤ ਕੀ ਹੋਊਗੀ। ਇਹ ਚਿੱਚੜ ਗਾਵਾਂ ਨੂੰ ਜ਼ਿਆਦਾਤਰ ਜ਼ਿਆਦਾ ਲੱਗਦੇ ਆ, ਮੱਝਾਂ ਦੇ ਵਿੱਚ ਘੱਟ ਲੱਗਦੇ, ਪਰ ਲੱਗਦੇ ਮੱਝਾਂ ਨੂੰ ਵੀ ਆ। ਬਿਮਾਰੀਆਂ ਦੋਨੇ ਜਾਤੀਆਂ ਨੂੰ, ਪਸ਼ੂਆਂ ਦੇ ਨੂੰ ਸੇਮ ਹੀ ਕਰਦੇ ਆ। ਇਸ ਤੋਂ ਇਲਾਵਾ ਪਤਾ ਸਾਨੂੰ ਉਦੋਂ ਲੱਗਦਾ ਜਦੋਂ ਬਿਮਾਰੀ ਬਿਲਕੁਲ ਚਰਮ ਸੀਮਾ 'ਤੇ ਪਹੁੰਚ ਜਾਂਦੀ ਹੈ। ਜਿੱਦਾਂ ਆਪਾਂ ਕਹਿੰਦੇ ਨੇ ਵੀ ਕਿਸੇ ਚੀਜ਼ ਦਾ ਭਾਂਡਾ ਭਰ ਕੇ ਡੁੱਲਣ ਲੱਗ ਗਿਆ, ਉਦੋਂ ਪਤਾ ਲੱਗਦਾ ਵੀ ਬਿਮਾਰੀ ਹੋ ਗਈ। ਬਿਮਾਰੀ ਜਦ ਹੋ ਗਈ ਤਾਂ ਫਿਰ ਸਾਡੀ ਜਿਹੜੀ ਬਿਮਾਰੀ ਨੂੰ ਇਲਾਜ ਕਰਨ ਦੇ ਵੀ ਪੈਸਾ ਖਰਚ ਆਉਣੇ ਆ, ਪਲੱਸ ਸਾਡਾ ਪਸ਼ੂ ਦਾ ਜਾਨੀ ਨੁਕਸਾਨ ਵੀ ਹੋ ਸਕਦਾ। ਜਿਵੇਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ, ਆਪਾਂ ਅੱਜ ਦਾ ਵਿਸ਼ਾ ਵੀ ਆ ਬਵੇਸ਼ੀਓਸਿਸ। ਇਹਦੇ ਬਾਰੇ ਆਪਾਂ ਅੱਗੇ ਵੀ ਗੱਲ ਕੀਤੀ ਹੈ ਵੀ ਇਹਦੇ ਵਿੱਚ ਪਸ਼ੂ ਦੇ ਪਿਸ਼ਾਬ ਦੇ ਵਿੱਚ ਲਹੂ ਆਉਂਦਾ, ਇਸ ਤੋਂ ਇਲਾਵਾ ਜ਼ਿਆਦਾ ਟੈਂਪਰੇਚਰ ਹੋ ਜਾਂਦਾ। ਇਸ ਤੋਂ ਇਲਾਵਾ ਜਿਹੜੀ ਦੂਸਰੀ ਬਿਮਾਰੀ ਆ ਹੋਰ ਚਿੱਚੜ ਕਰਦੇ ਆ, ਉਹਨੂੰ ਆਪਾਂ ਕਹਿੰਦੇ ਥਲੇਰੀਓਸਿਸ। ਥਲੇਰੀਓਸਿਸ ਨਾਂ ਦੀ ਇੱਕ ਬਿਮਾਰੀ ਹੈ ਜਿਹਦੇ ਵਿੱਚ ਵੀ ਹਾਈ ਟੈਂਪਰੇਚਰ ਹੁੰਦਾ ਪਰ ਪਿਸ਼ਾਬ ਦੇ ਵਿੱਚ ਲਹੂ ਨਹੀਂ ਆਉਂਦਾ। ਇਸ ਤੋਂ ਇਲਾਵਾ ਜਿਹੜੀਆਂ ਸਰੀਰ ਦੇ ਵਿੱਚ ਗੰਢਾਂ ਹੁੰਦੀਆਂ, ਜਿਹਨੂੰ ਆਪਾਂ ਲਿੰਫ ਨੋਡ ਕਹਿ ਦਿੰਦੇ ਆ, ਉਹ ਸੁੱਜ ਜਾਂਦੀਆਂ, ਸਵੈਲੋ ਹੋ ਜਾਂਦੀਆਂ। ਉਸ ਤੋਂ ਆਪਾਂ ਜੱਜਮੈਂਟ ਕਰ ਸਕਦੇ ਵੀ ਜੇ ਹਾਈ ਟੈਂਪਰੇਚਰ ਆ, ਚਿੱਚੜਾਂ ਦੀ ਹਿਸਟਰੀ ਹੈ, ਔਰ ਗੰਢਾਂ ਗਲੇ ਕੋਲੇ ਹੁੰਦੀਆਂ ਜਾਂ ਚੱਡੇ ਕੋਲੇ ਜਿੱਥੋਂ ਆਪਾਂ ਦੁੱਧ ਕੱਢਦੇ ਆ ਉੱਥੇ ਗੰਢਾਂ ਹੁੰਦੀਆਂ, ਜੇ ਉਹ ਜ਼ਿਆਦਾ ਸੁੱਜ ਗਈਆਂ ਤਾਂ ਇੰਡੀਕੇਸ਼ਨ ਆ ਵੀ ਇਹ ਥਲੇਰੀਆ ਹੋ ਸਕਦਾ। ਆਪਣੇ ਪਿੰਡਾਂ ਦੇ ਵਿੱਚ ਆਮ ਆਪਾਂ ਬੱਚੀਆਂ ਛੋਟੀਆਂ ਨੂੰ ਥਲੇਰੀਆ ਦੀ ਵੈਕਸੀਨ ਕਰਦੇ ਆ। ਉਹ ਆਪਾਂ 2 ml ਟੀਕਾ ਲਾਉਣੇ ਆਮ ਹੀ। ਇਸ ਕਰਕੇ ਗੰਢਾਂ ਵਾਲੀ ਬਿਮਾਰੀ ਵੀ ਇਹਨੂੰ ਕਹਿੰਦੇ ਆ। ਤੀਸਰੀ ਬਿਮਾਰੀ ਹੈ ਜਿਹੜੀ, ਉਹ ਹੈ ਐਨਾਪਲਾਜ਼ਮੋਸਿਸ। ਐਨਾਪਲਾਜ਼ਮੋਸਿਸ ਇੱਕ ਬਹੁਤ ਸਲੋ ਕਿਲਿੰਗ ਵਾਲੀ ਬਿਮਾਰੀ ਹੈ, ਜਿਹਦੇ 'ਚ ਕੀ ਹੁੰਦਾ ਵੀ ਪਸ਼ੂ ਨੂੰ ਬਿਮਾਰੀ ਹੋ ਜਾਂਦੀ ਹੈ, ਪਸ਼ੂ ਨੋਰਮਲੀ ਖਾਂਦਾ ਪੀਂਦਾ ਪਰ ਦੁੱਧ ਥੋੜ੍ਹਾ ਘੱਟ ਕਰਦਾ ਜਾਂਦਾ ਡੇ ਬਾਏ ਡੇ। ਸਾਡੇ ਕਿਸਾਨ ਵੀਰਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਦੇ ਵਿੱਚ HB 3-4 ਗ੍ਰਾਮ 5 ਗ੍ਰਾਮ ਰਹਿ ਗਿਆ ਔਰ ਗਾਂ ਥੱਲੇ ਬੈਠ ਗਈ। ਉਹਨੂੰ ਉੱਥੋਂ ਰਿਕਵਰ ਕਰਨ ਦਾ ਵੀ ਬੜੀ ਮੁਸ਼ਕਿਲ ਹੈ। ਇਹਨਾਂ ਬਿਮਾਰੀਆਂ ਦੀ ਆਪਾਂ ਗੱਲ ਕਿਉਂ ਕੀਤੀ ਹੈ? ਕਿਉਂਕਿ ਇਹ 3 ਬਿਮਾਰੀਆਂ, ਤਿੰਨਾਂ ਦਾ ਟਰੀਟਮੈਂਟ ਵੀ ਅਲੱਗ ਆ। ਜਿਵੇਂ ਆਪਾਂ ਪਹਿਲਾਂ ਬਵੇਸ਼ੀਓਸਿਸ ਤੇ PPH ਦੀ ਗੱਲ ਕੀਤੀ ਹੈ, ਇਵੇਂ ਜੇ ਆਪਾਂ ਬਵੇਸ਼ੀਏ ਦੀ ਗੱਲ ਕਰੀਏ, ਇਹਦੀ ਡਰੱਗ ਆਫ ਚੁਆਇਸ ਆ ਡਿਮਨਾਜਨ ਐਸੀਟਰੇਟ। ਇਸੇ ਤਰ੍ਹਾਂ ਜੇ ਆਪਾਂ ਥਲੇਰੀਓਸਿਸ ਦੀ ਗੱਲ ਕਰੀਏ, ਇਹਦੀ ਡਰੱਗ ਆਫ ਚੁਆਇਸ ਆ ਬਪਾਰਵਾਕਿਊਨਿਨ। ਇਹ ਬਹੁਤ ਸਾਰੇ ਬ੍ਰਾਂਡ ਨਾਮ ਤੇ ਆਉਂਦਾ। ਤਾਂ ਬਪਾਰਵਾਕਿਊਨਿਨ ਦਾ ਜੇ ਇੰਜੈਕਸ਼ਨ ਲੱਗੂਗਾ ਤਾਂ ਸਾਡਾ ਐਨੀਮਲ ਜਲਦੀ ਰਿਕਵਰ ਕਰ ਜੂਗਾ। ਇਸ ਤੋਂ ਇਲਾਵਾ ਜੇ ਐਨਾਪਲਾਜ਼ਮੋਸਿਸ ਦੀ ਬਿਮਾਰੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਤਾਂ ਇਹ ਬਿਮਾਰੀ ਦੇ ਵਿੱਚ ਅਮੀਡੋਕਾਰਬ ਨਾਂ ਦੀ ਦਵਾਈ ਜਿਹੜੀ ਲੱਗਦੀ ਹੈ, ਜਿਹਦੇ ਨਾਲ ਪਸ਼ੂ ਨੂੰ ਜਲਦੀ ਰਾਹਤ ਆਉਂਦੀ ਹੈ।
ਇਸ ਲਈ ਜਿਹੜਾ ਇਹ ਬਿਮਾਰੀਆਂ ਤਾਂ ਕਰਦੇ ਆ ਤੇ ਇਹ ਜਿਹੜੇ ਸਾਡੇ ਪਸ਼ੂਆਂ ਦਾ ਜਾਨੀ ਨੁਕਸਾਨ ਵੀ ਕਰਦੇ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਜੇ ਆਪਾਂ ਬਲੱਡ ਟੈਸਟ ਕਰਾਉਣੇ ਨਾ, ਇਹ ਤਿੰਨੇ ਬਿਮਾਰੀਆਂ ਪਕੜ 'ਚ ਆ ਜਾਂਦੀਆਂ। ਇਹ ਤਿੰਨਾਂ 'ਚੋਂ ਕੋਈ ਬਿਮਾਰੀ ਤਾਂ ਨਹੀਂ। ਜੇ ਕੋਈ ਵੀ ਬਿਮਾਰੀ ਆ ਤਾਂ ਆਪਾਂ ਉਹਦਾ ਇਲਾਜ ਉਸ ਬਿਮਾਰੀ ਦੇ ਹਿਸਾਬ ਨਾਲ ਕਰੀਏ। ਉਹ ਕਿਉਂਕਿ ਜਿਹੜੇ ਚਿੱਚੜ ਆ ਇਹ ਪਸ਼ੂ ਦਾ ਤਾਂ ਖੂਨ ਪੀਂਦੇ ਹੀ ਪੀਂਦੇ ਆ। ਕਿਸਾਨ ਵੀਰਾਂ ਦੀ ਜੇਬ ਦੇ ਉੱਪਰ ਵੀ ਭਾਰੀ ਇਹ ਨੁਕਸਾਨ ਕਰਦੇ ਆ ਤੇ ਕਿਸਾਨ ਵੀਰਾਂ ਦਾ ਮੁਨਾਫਾ ਵੀ ਪੀ ਜਾਂਦੇ ਸਾਰਾ, ਕਿਉਂਕਿ ਇਹ ਬਹੁਤ ਜਾਨਲੇਵਾ ਬਿਮਾਰੀਆਂ ਸਾਡੇ ਪਸ਼ੂਆਂ ਨੂੰ ਕਰਦੇ ਆ। ਬਿਲਕੁਲ ਡਾਕਟਰ ਸਾਹਿਬ ਨੇ ਜਿਵੇਂ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮੁਨਾਫਾ ਜਿਹੜਾ ਹੈ ਇਹ ਚਿੱਚੜ ਨਾ ਚੂਸਣ, ਤੇ ਇਸ ਲਈ ਸਮੇਂ ਸਿਰ ਜਿਹੜਾ ਬਲੱਡ ਟੈਸਟ ਵੀ ਕਰਾਉਣਾ, ਔਰ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਕਿਹਾ ਕਿ ਸਮੇਂ ਸਿਰ ਇਲਾਜ ਉਹਦਾ ਕਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਹੁਣ ਡਾਕਟਰ ਸਾਹਿਬ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਅਸੀਂ ਕਰਮਜੀਤ ਸਿੰਘ ਆਈ ਛੰਨਾ ਤੋਂ। ਹਾਂਜੀ ਕਰਮਜੀਤ ਜੀ, ਆਪਣਾ ਸਵਾਲ ਪੁੱਛੋ। ਆਹੀ PVH ਜਿਹੜੀ ਬਿਮਾਰੀ ਆਈ ਪਸ਼ੂਆਂ ਨੂੰ, ਮਨ ਵੀ ਇਹ ਤੋਂ ਬਚਣ ਲਈ ਸਾਨੂੰ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ? ਦੇਖੋ ਜੀ, ਜਿਵੇਂ ਮੈਂ ਪਹਿਲੇ ਦੱਸਿਆ ਕਿ ਇਹ ਬਿਮਾਰੀ ਨਹੀਂ ਹੈ, ਇੱਕ ਕੰਡੀਸ਼ਨ ਹੈ ਕਿ ਕੁਝ ਖਣਿਜਾਂ ਦੀ ਘਾਟ ਨਾਲ ਇਹ ਹੁੰਦਾ, ਜਿਹੜਾ ਕਿ ਫਾਸਫੋਰਸ ਤੇ ਕਾਪਰ ਦੀ ਘਾਟ ਨਾਲ ਇਹ ਇੱਕ ਕੰਡੀਸ਼ਨ ਬਣਦੀ ਹੈ। ਜਿਵੇਂ ਅਸੀਂ ਉਹਦੀ ਘਾਟ ਪੂਰੀ ਕਰ ਦਾਂਗੇ ਤਾਂ ਉਹ ਬਿਮਾਰੀ ਹਟ ਜੂਗੀ। ਪਰ ਰੋਕਿਆ ਕਿਵੇਂ ਜਾਏ ਕਿ ਆਪਣਾ ਪਸ਼ੂ ਇਹਦੇ ਵਿੱਚ ਜਾਏ ਨਾ, ਤਾਂ ਉਹਦੇ ਲਈ ਆਪਾਂ ਨੂੰ ਪਸ਼ੂ ਦੀ ਜਿਹੜੀ ਡਾਈਟ ਹੈ ਉਹਦੀ ਸੁੱਕਾ ਮਾਦਾ, ਡਰਾਈ ਪ੍ਰੋਟੀਨ, ਫੈਟ, ਫਾਈਬਰ ਦੇ ਨਾਲ ਨਾਲ ਉਹਨੂੰ ਜਿਹੜੇ ਮਿਨਰਲਸ ਅਸੀਂ ਦੇ ਰਹੇ ਹਾਂ ਉਹ ਵੀ ਸਾਨੂੰ ਪ੍ਰੋਪਰਲੀ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਫਾਸਫੋਰਸ ਦੀ ਗੱਲ ਹੋ ਰਹੀ ਹੈ ਤਾਂ 1 ਕਿਲੋ ਦੁੱਧ ਬਣਾਉਣ ਲਈ ਉਹਨੂੰ ਲਗਭਗ 1 ਗ੍ਰਾਮ, ਸਹੀ ਦੱਸਾਂ ਤਾਂ 0.9 ਗ੍ਰਾਮ ਫਾਸਫੋਰਸ ਜਿਹੜਾ ਉਹ ਪਸ਼ੂ ਨੂੰ ਚਾਹੀਦਾ। ਅਗਰ ਉਹ ਤੁਸੀਂ ਬਾਹਰੋਂ ਨਹੀਂ ਅਵੇਲੇਬਲ ਕਰਾਉਂਦੇ ਤਾਂ ਪਸ਼ੂ ਕਿਤੇ ਨਾ ਕਿਤੇ ਉਹ ਕਮੀ ਜਿਹੜੀ ਆ ਉਹਦੀ ਬਣਦੀ ਜਾਂਦੀ ਹੈ ਤੇ ਐਂਡ 'ਚ ਆ ਕੇ ਉਹ ਜਿਹੜੀ ਦਿੱਕਤ ਆ ਉਹ ਸਾਡੇ ਸਾਹਮਣੇ ਆ ਜਾਂਦੀ ਹੈ। ਇਸ ਕਰਕੇ ਉਹਦੀ ਡਾਈਟ ਦੇ ਵਿੱਚ ਹੀ ਜਿਹੜਾ ਉਹਦਾ ਮਿਨਰਲ ਦਾ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ। ਇਹਦੇ ਨਾਲ ਨਾਲ ਇਕੱਲਾ ਫਾਸਫੋਰਸ ਨਹੀਂ, ਫਾਸਫੋਰਸ ਕੰਬੀਨੇਸ਼ਨ 'ਚ ਆਪਾਂ ਨੂੰ ਦੇਣਾ ਪੈਂਦਾ ਕਿ ਜਿਵੇਂ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਦਾ ਇੱਕ ਅਸੀਂ ਰੇਸ਼ੀਓ ਦੱਸਦੇ ਹਾਂ ਕਿ 3:2:1:1 ਕਿ ਤਿੰਨ ਹਿੱਸੇ ਕੈਲਸ਼ੀਅਮ ਦੇ, 2 ਹਿੱਸੇ ਫਾਸਫੋਰਸ ਦੇ ਤਾਂ 1 ਹਿੱਸਾ ਮੈਗਨੀਸ਼ੀਅਮ। ਜੇ ਤੁਸੀਂ ਪ੍ਰੋਪਰਲੀ ਬੈਲੈਂਸ ਕਰਕੇ ਆਪਣੇ ਪਸ਼ੂ ਨੂੰ ਦੇ ਰਹੇ ਹੋ ਤਾਂ ਇਹ ਦਿੱਕਤ ਜਿਹੜੀ ਹੈ ਤੁਹਾਡੇ ਪਸ਼ੂਆਂ 'ਚ ਨਹੀਂ ਆਊਗੀ। ਉਸੇ ਤਰ੍ਹਾਂ ਕਾਪਰ ਦੀ ਵੀ ਰਿਕੁਆਇਰਮੈਂਟ ਜਿਹੜੀ ਹੈ ਪਸ਼ੂ ਦੀ ਪੂਰੀ ਹੋਣੀ ਚਾਹੀਦੀ ਹੈ। ਜੇ ਇਹ ਦੋਹੇ ਚੀਜ਼ਾਂ ਤੁਸੀਂ ਪ੍ਰੋਪਰਲੀ ਬੈਲੈਂਸ ਕਰਕੇ ਪਸ਼ੂ ਦੀ ਡਾਈਟ ਦੇ ਵਿੱਚ ਦੇ ਰਹੇ ਹੋ ਤਾਂ ਕਦੇ ਵੀ ਇਹ ਦਿੱਕਤ ਜਿਹੜੀ ਸਾਡੇ ਪਸ਼ੂਆਂ ਨੂੰ ਨਹੀਂ ਹੋਊਗੀ। ਬਿਲਕੁਲ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਕਿ ਕਿਵੇਂ, ਜਿਹਨੂੰ ਕਹਿੰਦੇ ਬੈਲੈਂਸ ਡਾਈਟ ਜਿਹੜੀ ਆਪਣੇ ਪਸ਼ੂ ਨੂੰ ਦੇ ਕੇ ਤੁਸੀਂ ਪਹਿਲੇ ਹੀ ਇਸ ਬਿਮਾਰੀ ਤੋਂ ਜਿਹੜਾ ਉਹ ਬਚ ਸਕਦੇ ਹੋ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਜਿੱਥੇ ਅਸੀਂ ਇੱਕ ਗਾਂਵਧੂ ਪਸ਼ੂ ਪਾਲਕ ਨਾਲ ਮੁਲਾਕਾਤ ਕਰਾਂਗੇ, ਉੱਥੇ ਅੱਜ ਦਾ ਜੋ ਅਹਿਮ ਵਿਸ਼ਾ ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਵੀ ਝਾਤ ਪਾਵਾਂਗੇ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਤੇ ਅਗਾਂਹਵਧੂ ਪਸ਼ੂ ਪਾਲਕ ਉਹ ਹੁੰਦੇ ਨੇ ਜੋ ਆਪਣੀ ਅਗਾਂਹਵਧੂ ਸੋਚ ਦੇ ਨਾਲ ਆਪ ਤੇ ਅੱਗੇ ਵੱਧਦੇ ਨੇ, ਬਲਕਿ ਬਾਕੀ ਕਿਸਾਨਾਂ ਨੂੰ ਵੀ ਸੇਧ ਦਿੰਦੇ ਨੇ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਇਹ ਮੈਂ ਡੈਰੀ ਦਾ ਕੰਮ 2008 ਦੇ ਵਿੱਚ ਸ਼ੁਰੂ ਕੀਤਾ ਸੀਗਾ। ਉਸ ਵਕਤ 2009-10 ਚ ਅਸੀਂ 20 ਗਾਈਆਂ ਟੋਟਲ ਖਰੀਦੀਆਂ। ਉਸ ਤੋਂ ਬਾਅਦ ਚ ਸਾਡਾ ਆਪਦਾ ਆਪ ਹੀ ਤਿਆਰ ਕੀਤਾ। ਹੁਣ ਸਾਡੇ ਕੋਲ ਟੋਟਲ ਦੁੱਧ 2560 ਲੀਟਰ ਜਿਹੜਾ ਕਰੰਟ 'ਚ ਦੁੱਧ ਚੱਲ ਰਿਹਾ 2560 ਲੀਟਰ ਆ। ਤੇ ਜਦੋਂ ਅਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹ 'ਚ ਦਿੱਕਤਾਂ ਤਾਂ ਆਉਂਦੀਆਂ ਹੀ ਆ, ਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਮਤਲਬ ਆਉਂਦੀਆਂ ਫਾਰਮ 'ਚ। ਸਭ ਤੋਂ ਮੇਨ ਆ ਚਿੱਚੜਾਂ ਦੀ। ਚਿੱਚੜਾਂ ਜਦੋਂ ਫਾਰਮ ਦੇ ਵਿੱਚ ਚਿੱਚੜ ਹੋਣ ਤਾਂ ਉਹਦੇ ਨਾਲ ਕਈ ਕਿਸਮ ਦੇ ਪਸ਼ੂਆਂ ਨੂੰ ਰੋਗ ਲੱਗਦੇ ਆ, ਜਿੱਦਾਂ ਲਹੂ ਮੂਤਨਾ, ਥਲੀਰੀਆ, ਇਹ ਮੇਨ ਮਤਲਬ ਪਸ਼ੂਆਂ 'ਚ ਆਉਂਦੇ ਆ। ਇਹਦੇ ਵਿੱਚ ਸਭ ਤੋਂ ਜ਼ਰੂਰੀ ਆ ਤੁਹਾਡੀ ਮੈਨੇਜਮੈਂਟ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਪਸ਼ੂਆਂ ਨੂੰ ਕੀ ਚਾਹੀਦਾ ਵਾ। ਮੈਂ ਹੁਣ ਤਾਂ ਅਸੀਸ ਫੀਡ ਯੂਜ਼ ਕਰਦਾ ਵਾਂ, ਟੋਟਲ ਫਾਰਮ ਤੇ ਅਸੀਸ ਫੀਡ ਹੀ ਚੱਲਦੀ ਆ। ਹੁਣ ਪਿੱਛੇ ਕੁਰੂਕਸ਼ੇਤਰ DFA ਦਾ ਕੰਪੀਟੀਸ਼ਨ ਹੋਇਆ ਸੀ, ਉੱਥੇ ਸਾਡੀ ਗਾਂ ਸੈਕਿੰਡ ਆਈ ਆ ਮਿਲਕਿੰਗ, ਵੱਡੀਆਂ ਗਾਈਆਂ ਦੇ ਵਿੱਚ ਮਿਲਕਿੰਗ ਦੇ ਵਿੱਚ। ਤਾਂ ਅਸੀਂ ਉੱਥੇ ਵੀ ਅਸੀਸ ਫੀਡ ਹੀ ਯੂਜ਼ ਕੀਤੀ ਸੀ। ਤੇ ਇਹਨਾਂ ਦੀ ਤਕਰੀਬਨ ਸਾਰੀ ਫਾਰਮੂਲੇਸ਼ਨ, ਗਾਂ ਨੂੰ ਕੀ ਪਾਉਣਾ, ਕਿੰਨਾ ਪਾਉਣਾ ਤੇ ਕੀ ਦੇਣਾ ਵਾ, ਉਹ ਸਾਰਾ ਅਸੀਸ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਸੀ। ਮੈਂ ਸਾਰੇ ਕਿਸਾਨਾਂ ਨੂੰ, ਉਹਨੂੰ ਸਾਰਿਆਂ ਨੂੰ ਕਹੂੰਗਾ ਵੀ ਡੇਅਰੀ ਫਾਰਮ ਕੋਈ ਮਾੜਾ ਕਿੱਤਾ ਨਹੀਂ ਹੈਗਾ, ਬਹੁਤ ਵਧੀਆ ਕਿੱਤਾ ਵਾ। ਪਰ ਤੁਹਾਨੂੰ ਇਹਦੀ ਪ੍ਰੋਪਰ ਜਾਣਕਾਰੀ ਲੈ ਕੇ ਕਰਨਾ ਚਾਹੀਦਾ ਇਹਨੂੰ।
ਤੁਹਾਡੀ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਅੱਜ ਦਾ ਜੋ ਵਿਸ਼ਾ ਹੈ ਲਹੂ ਮੂਤਨ ਵਾਲੀ ਬਿਮਾਰੀਆਂ, PPH ਅਤੇ ਬਬੇਸ਼ੀਆ, ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਇੱਕ ਵਾਰ ਝਾਤ ਪਾਉਂਦੇ ਹਾਂ। ਇਹਨਾਂ ਮੁੱਖ ਪੁਆਇੰਟਸ ਦਾ ਵੀ ਤੁਸੀਂ ਜ਼ਰੂਰ ਰੱਖਿਓ ਧਿਆਨ। ਡਾਕਟਰ ਸਾਹਿਬ ਤੁਹਾਡੇ ਦੋਵਾਂ ਦਾ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ, ਬਹੁਤ ਧੰਨਵਾਦ। ਬਹੁਤ ਧੰਨਵਾਦ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਤੇ ਆਪਣਾ ਤੇ ਆਪਣੇ ਪਸ਼ੂਆਂ ਦਾ ਧਿਆਨ ਚੰਗੀ ਤਰ੍ਹਾਂ ਰੱਖਿਓ। ਅਗਲੇ ਹਫਤੇ ਫੇਰ ਹੋਵੇਗੀ ਮੁਲਾਕਾਤ। ਰੱਬ ਰਾਖਾ।